ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਹੋਗੇ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਹੋਣੀ ਹੈ, ਪਰ ਉਸ ਤੋਂ ਪਹਿਲਾਂ ਜਿਹੜੀਆਂ ਚਰਚਾਵਾਂ ਸਰਕਾਰ ਆਪਣੇ ਤੌਰ ਦੇ ਉੱਤੇ ਜ਼ੋਰ ਲਗਾ ਰਹੀ ਹੈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਕਿਸਾਨਾਂ ਨੂੰ ਘਰ ਵਾਪਸੀ ਦੇ ਲਈ ਮਨਾਇਆ ਜਾਵੇ, ਤੇ ਉਧਰ ਕਿਸਾਨ ਆਗੂ ਜਿਹੜੇ ਨੇ ਉਹ ਆਪਣੀ ਮੰਗਾਂ ਦੇ ਉੱਤੇ ਵਜ਼ਿੱਦ ਨੇ ਕਿ ਖੇਤੀ ਕਾਨੂੰਨ ਤਾਂ ਰੱਦ ਹੋ ਗਏ, ਪਰ ਅਗਲੀਆਂ ਗੱਲਾਂ ਜਿਹੜੀਆਂ MSP ਨੂੰ ਲੈ ਕੇ ਜਾਂ ਹੋਰ ਜੋ ਕੁਝ ਹੈ ਉਹ ਤੇ ਸਹਿਮਤੀ ਬਣ ਜਾਣੀ ਚਾਹੀਦੀ ਹੈ। ਸਰਕਾਰ ਨੂੰ ਮੰਨ ਜਾਣਾ ਚਾਹੀਦਾ ਜੋ ਅਸੀਂ ਚਾਹੁੰਦੇ ਹਾਂ ਉਸ ਢੰਗ ਦੇ ਨਾਲ। ਨਾਲੋਂ ਨਾਲ ਗੱਲ ਸਿਆਸਤ ਦੀ ਵੀ ਹੋ ਰਹੀ ਹੈ। ਗੁਰਨਾਮ ਸਿੰਘ ਚੜੂੰਨੀ ਆਪਣੇ ਤੌਰ ਦੇ ਉੱਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਕੁਝ ਆਗੂਆਂ ਨੂੰ ਘੇਰਦੇ ਨੇ। ਉਹਨਾਂ ਦੀ ਇੱਕ ਵੀਡੀਓ ਜਿਹੜੀ ਚਰਚਾ ਵਿੱਚ ਜੀ ਜੋ ਕਹਿ ਰਹੇ ਨੇ ਕਿ ਕੁਝ ਕਿਸਾਨ ਆਗੂ ਜਿਹੜੇ ਨੇ ਪੰਜਾਬ ਵਾਲੇ ਉਹ ਚਾਹੁੰਦੇ ਪੰਜਾਬ ਵਾਪਸ ਜਾਣਾ ਚਾਹੁੰਦੇ ਨੇ, ਤੇ ਕੁਝ ਇਹੋ ਜਿਹੇ ਨੇ ਜਿਹੜੇ ਅੜੇ ਹੋਏ ਨੇ ਕਿ ਨਹੀਂ, ਜੋ ਕੁਝ ਅਸੀਂ ਸੂਬਿਆਂ ਦੇ ਵਿੱਚ ਮਸਲੇ ਨੇ ਉਹ ਸਾਰੇ ਨਿਬੇੜ ਕੇ ਜਾਣੇ ਨੇ, ਕੇਂਦਰ ਤੋਂ ਉਹ ਸਾਰੇ ਹੱਕ ਅਸੀਂ ਇੱਥੋਂ ਹੀ ਲੈ ਕੇ ਜਾਣੇ ਨੇ। ਪਰ ਇਹਦੇ ਵਿਚਾਲੇ ਇੱਕੋ ਰਾਹ ਦੇ ਅਫਸਰ ਦਾ ਵੀ ਕਿਸੇ ਦਾ ਜ਼ਿਕਰ ਕਰਦੇ ਨੇ ਕਿ ਕਿਸੇ ਰਾਹ ਦੇ ਅਫਸਰ ਦੀ ਨਜ਼ਦੀਕੀ ਹੈ, ਕਿਸੇ ਕਿਸਾਨ ਆਗੂ ਦਾ ਰਿਸ਼ਤੇਦਾਰ ਹੈ ਜਾਂ ਉਹਦਾ ਨਜ਼ਦੀਕੀ ਆ। ਪ੍ਰੈਸ਼ਰ ਉਧਰੋਂ ਵੀ ਬਣ ਰਿਹਾ। ਸਵਾਲ ਬਹੁਤ ਉੱਠਦੇ ਨੇ ਇਸ ਕਰਕੇ ਕਿ ਕੀ ਕਿਸਾਨਾਂ ਨੂੰ ਹੁਣ ਜਿੱਤ ਦਾ ਜਸ਼ਨ ਮਨਾਉਂਦਿਆਂ ਵਾਪਸ ਨਹੀਂ ਆ ਜਾਣਾ ਚਾਹੀਦਾ, ਕਿਉਂਕਿ ਇੱਧਰ ਪੰਜਾਬ ਵੀ ਉਡੀਕਦਾ। ਤਮਾਮ ਸੂਬਿਆਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਅਸਰ ਹੈ ਉਹ ਸਾਨੂੰ ਸਭ ਨੂੰ ਪਤਾ ਹੀ ਹੈ। ਸਵਾਗਤ ਹੈ ਤੁਹਾਡਾ ਮਾਲੀ ਸਾਹਿਬ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਾਲੀ ਸਾਹਿਬ। ਕਿਸ ਤਰ੍ਹਾਂ ਹੁਣ ਕਿਸਾਨਾਂ ਦਾ ਜਿਹੜਾ ਪੈਂਤੜਾ ਆ ਉਹ ਸਮਝ ਨਹੀਂ ਆ ਰਿਹਾ, ਜਾਂ ਏਦਾਂ ਕਹਿ ਲਓ ਕਿ ਕਿਸਾਨ ਜਿਹੜੇ ਨੇ ਉਹ ਸਰਕਾਰ ਦੇ ਉੱਤੇ ਲਗਾਤਾਰ ਉਹੀ ਪ੍ਰੈਸ਼ਰ ਬਣਾ ਰਹੇ ਨੇ ਕਿ ਉਸੇ ਸਟੈਂਡ ਦੇ ਉੱਤੇ ਅਸੀਂ ਕਾਇਮ ਆ, ਤੁਸੀਂ MSP ਦਾ ਮੁੱਦਾ ਮੰਨੋ। ਤੁਹਾਡਾ ਕੀ ਮੰਨਣਾ ਹੈ ਕਿ ਹੁਣ ਕਿਸਾਨਾਂ ਨੂੰ ਕਿਸ ਢੰਗ ਦੇ ਨਾਲ ਆਪਣੇ ਅੰਦੋਲਨ ਨੂੰ ਅੱਗੇ ਲਿਜਾਣਾ ਚਾਹੀਦਾ? ਸੁਖਵਿੰਦਰ ਜੀ, ਪਹਿਲੀ ਗੱਲ ਤਾਂ ਇਹ ਆ, ਇਸ ਅੰਦੋਲਨ ਦੀ ਇਤਿਹਾਸਕ ਜਿੱਤ ਐਡੀ ਵੱਡੀ ਆ ਤੇ ਐਡੀ ਵਿਸ਼ਾਲ ਆ। ਕਈ ਵਾਰ ਮੈਨੂੰ ਵੀ ਮਹਿਸੂਸ ਹੁੰਦਾ ਵੀ ਕਿਸਾਨ ਆਗੂਆਂ ਦੇ ਚਿਹਰਿਆਂ ਤੋਂ, ਬੋਲਾਂ ਤੋਂ ਉਹਨੂੰ ਵਰਤਾਂਤ ਨਹੀਂ ਮਿਲ ਰਿਹਾ ਵੀ ਇਹਨਾਂ ਨੇ ਕਿੱਡੀ ਵੱਡੀ ਜਿੱਤ ਲਈ। ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਆ ਕਿ ਸਰਕਾਰਾਂ ਕਰਦੀਆਂ ਇਹ ਹੁੰਦੀਆਂ ਨੇ ਕਿ ਅੰਦੋਲਨ ਦੌਰਾਨ ਜਿਹੜੇ ਮਸਲੇ ਪੈਦਾ ਹੋਣ ਉਹਨਾਂ ਨੂੰ ਇੰਨਾ ਉਭਾਰਦੀਆਂ ਨੇ, ਗ੍ਰਿਫਤਾਰੀਆਂ ਨੂੰ, ਕੇਸਾਂ ਨੂੰ, ਹੋਰ ਸਾਰੇ ਕਾਸੇ ਨੂੰ। ਜਿਹੜਾ ਅੰਦੋਲਨ ਦਾ ਮੁੱਖ ਮੁੱਦਾ ਹੁੰਦਾ ਉਹਨੂੰ ਪੈਂਡਿੰਗ ਰੱਖ ਲੈਂਦੀਆਂ ਨੇ, ਜਿਵੇਂ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਬਾਕੀ ਗੱਲਾਂ ਮੰਨ ਜਾਂਦੀਆਂ ਨੇ। ਇਹ ਪਹਿਲੀ ਵਾਰ ਹੋਇਆ ਕਿ ਅੰਦੋਲਨ ਦਾ ਮੁੱਖ ਮੁੱਦਾ ਜਿਹੜਾ ਉਹ ਪਹਿਲਾਂ ਮੰਨਣ ਦਾ ਐਲਾਨ ਕਰ ਲਿਆ। ਕਿਸਾਨ ਅੰਦੋਲਨ ਦੀ ਮੁੱਖ ਮੰਗ ਆ ਜਿਹੜੀ ਉਹ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਤਾ, ਤੇ ਨਾਲ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਨੇ ਉਹਨਾਂ ਨੂੰ ਫਸਾਇਆ ਜਾ ਰਿਹਾ ਤੇ ਲਮਕਾਇਆ ਜਾ ਰਿਹਾ। ਦੂਜੀ ਗੱਲ, MSP ਦਾ ਜਿਹੜਾ ਮੁੱਦਾ ਸਾਹਮਣੇ ਆਇਆ ਅੰਦੋਲਨ ਦੇ ਦੌਰਾਨ ਸਾਹਮਣੇ ਆਇਆ, ਜਿਹੜਾ ਮੁਲਕ ਦੇ ਲੋਕਾਂ ਦਾ, ਮੁਲਕ ਦੇ ਬਾਕੀ ਕਿਸਾਨਾਂ ਦਾ ਮੁੱਦਾ ਬਹੁਤ ਵੱਡਾ ਜੀ, ਪਰ ਜਿਹੜੇ ਲੋਕਾਂ ਨੇ ਪੰਜਾਬ, ਹਰਿਆਣਾ, ਯੂਪੀ ਨੇ ਮੂਹਰੇ ਲੱਗ ਕੇ ਘੋਲ ਲੜਿਆ, ਉਹਨਾਂ ਨੂੰ ਜਿਹੜੀ MSP ਦਿੱਤੀ ਜਾਂਦੀ ਆ ਉਹਨੇ ਉਹ MSP ਨੇ ਉਹਨਾਂ ਨੂੰ ਕਰਜ਼ਾਈ ਕੀਤਾ। ਉਹਨਾਂ ਦੀ ਖੁਦਕਸ਼ੀਆਂ ਦੀ ਖੇਤੀ ਆ ਜਿਹੜੀ ਉਹ ਹੁਣ ਲਾਤੀ MSP ਨੇ। ਜਿਸ ਕਰਕੇ ਸਭ ਤੋਂ ਵੱਡਾ ਸਵਾਲ ਇਹ ਆ, MSP ਤੈਅ ਕਿਵੇਂ ਕੀਤੀ ਜਾਵੇ। MSP ਤੈਅ ਕਿਵੇਂ ਕੀਤੀ ਜਾਵੇ, ਇਹ ਬਹੁਤ ਵੱਡਾ ਸਵਾਲ ਆ। ਓਡਾ ਹੀ ਵੱਡਾ ਸਵਾਲ ਆ ਜਿੱਡਾ ਇਹ ਆ ਵੀ MSP ਤੇ ਖਰੀਦ ਦੀ ਗਰੰਟੀ ਦਿੱਤੀ ਜਾਵੇ। ਦੂਜੀ ਗੱਲ, ਜਿਹੜੀ MSP ਆ ਇੱਕੋ ਝੱਟੇ ਹੱਲ ਨਹੀਂ ਹੋ ਸਕਦੀ। ਕਿਸਾਨ ਅੰਦੋਲਨ ਨੇ ਜਿਹੜਾ ਵਰਤਾਂਤ ਸਿਰਜਿਆ ਕਿ ਮੁਲਕ ਦੀ ਖੇਤੀ ਅੱਡ ਅੱਡ ਆ, ਜਲਵਾਯੂ ਅੱਡ ਅੱਡ ਆ, ਮਿੱਟੀ ਦੀ ਸ਼ਕਤੀ ਅੱਡ ਅੱਡ ਆ, ਫਸਲਾਂ ਦੀ ਲਾਗਤ ਅੱਡ ਅੱਡ ਆ, ਫਸਲਾਂ ਅੱਡ ਅੱਡ ਨੇ। ਇਸ ਕਰਕੇ ਰਾਜਾਂ ਦੇ ਅਧਿਕਾਰ ਦਾ ਵਿਸ਼ਾ ਇਹ ਖੇਤੀ ਖੇਤਰ ਤੇ ਜਿਹੜਾ ਕਾਨੂੰਨ ਬਣਾਏ ਨੇ ਇਹ ਰਾਜਾਂ ਦੇ ਹੱਕਾਂ ਤੇ ਹਮਲਾ, ਇਹ ਫੈਡਰਲ ਢਾਂਚੇ ਤੇ ਹਮਲਾ। ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦੇ ਅਧਿਕਾਰ ਇਹ ਨਹੀਂ। ਹੁਣ ਜਦੋਂ ਕਿਸਾਨਾਂ ਨੇ ਇਹ ਗੱਲ ਮਨਵਾ ਲਈ ਕਿ ਜਿਹੜਾ ਕੇਂਦਰ ਆ ਉਹਦਾ ਕੋਈ ਦਖਲ ਨਹੀਂ ਹੋਣਾ ਚਾਹੀਦਾ ਖੇਤੀ ਮਾਮਲਿਆਂ 'ਚ, ਇਹ ਰਾਜਾਂ ਦੇ ਅਧਿਕਾਰਾਂ ਦਾ ਮਸਲਾ। ਇਸ ਕਰਕੇ ਹੁਣ ਜਿਹੜੀ MSP ਤੈਅ ਕਰਨੀ ਆ, ਇੱਕ ਤਾਂ ਉਹਦਾ ਤਰੀਕਾਕਾਰ ਵੀ ਬਦਲਣਾ ਪੈਣਾ, ਦੂਜਾ ਉਹ MSP ਤੈਅ ਕਰਨ ਦੇ ਵਿੱਚ ਰਾਜ ਸਰਕਾਰਾਂ ਨੂੰ ਵਿੱਚ ਹਿੱਸਾ ਬਣਾਉਣਾ ਪੈਣਾ। ਰਾਜ ਸਰਕਾਰਾਂ ਜਿਵੇਂ ਪੰਜਾਬ ਵਾਲੇ ਕਹਿ ਰਹੇ ਨੇ ਨਾ ਵੀ ਅਸੀਂ ਇੰਨੇ ਤੇ MSP ਕਰਾਂਗੇ, ਜਾਂ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਬਾਰੇ ਗੱਲਾਂ ਆਉਂਦੀਆਂ ਨੇ। ਅੱਡ ਅੱਡ ਰਾਜਾਂ ਨੇ ਕਾਨੂੰਨ ਬਣਾਏ ਹੋਏ ਨੇ ਢਿੱਲੇ ਮੱਠੇ ਜੇ, ਪਰ ਉਹਨਾਂ ਨੇ ਲਾਗੂ ਕੋਈ ਨਹੀਂ ਕੀਤਾ। ਤੋ MSP ਤੈਅ ਕਰਨ ਲਈ ਇਹਦਾ ਤਰੀਕਾਕਾਰ ਕੀ ਹੋਵੇ, ਤੈਅ ਕਿਵੇਂ ਕੀਤੀ ਜਾਵੇ, ਇਹਦੇ ਵਿੱਚ ਕੇਂਦਰ ਵੀ ਹੋਵੇ, ਇਹਦੇ ਵਿੱਚ ਰਾਜ ਵੀ ਹੋਣ, ਇਹਦੇ ਵਿੱਚ ਕਿਸਾਨ ਯੂਨੀਅਨਾਂ ਦੇ ਆਗੂ ਵੀ ਹੋਣ,
ਇਹਦੇ ਵਿੱਚ ਖੇਤੀ ਅਰਥ ਸ਼ਾਸਤਰੀ ਵੀ ਹੋਣ ਤੇ ਖੇਤੀ ਦੀ ਕੀਮਤ ਤੈਅ ਕਰਨ ਲਈ ਫੈਡਰਲ ਪਹੁੰਚ ਅਪਣਾਈ ਜਾਣੀ ਚਾਹੀਦੀ ਆ। ਸਾਰੇ ਮੁਲਕ ਦੇ ਵਿੱਚ ਕਿਸੇ ਵੀ ਜਿਣਸ ਦਾ ਇੱਕ ਭਾਅ ਨਹੀਂ ਹੋ ਸਕਦਾ, ਕਿਉਂਕਿ ਲਾਗਤ ਕੀਮਤ ਦਾ ਬਹੁਤ ਵੱਡਾ ਵਖਰੇਵਾ। ਇਸ ਕਰਕੇ ਫੈਡਰਲ ਪਹੁੰਚ ਅਪਣਾਏ ਜਾਣ ਦੀ ਲੋੜ ਆ ਤੇ ਇਹ ਫੌਰੀ ਤੌਰ ਤੇ ਇੱਕੋ ਸੱਟੇ ਗਰੰਟੀ ਦਾ ਕਾਨੂੰਨ ਬਣ ਜਾਵੇ। ਇਹ ਜਾਂ ਤਾਂ ਸੰਭਵ ਨਹੀਂ, ਜਾਂ ਇਹ ਹੈ ਜਾਂ ਕਾਨੂੰਨ ਬਣਾ ਸਕਦੇ ਨੇ ਛੇਤੀ ਧੱਕੇ ਨਾਲ, ਜਿਹਦਾ ਫਾਇਦਾ ਕਿਸੇ ਨੂੰ ਨਹੀਂ ਹੋਣਾ, ਨੁਕਸਾਨ ਵੱਧ ਹੋਣਗੇ। ਜਿਵੇਂ ਇਸ MSP ਦਾ ਪਹਿਲਾਂ ਪੰਜਾਬ ਹਰਿਆਣੇ ਨੂੰ ਫਾਇਦਾ ਹੋਇਆ, ਮੁੜ ਕੇ ਘਾਟੇ ਦਾ ਸੌਦਾ ਬਣ ਗਿਆ ਤੇ ਜਿਹੜੇ ਮੁਲਕ ਦੇ ਬਾਕੀ ਲੋਕ ਸੀ ਉਹਨਾਂ ਨੂੰ ਫਾਇਦਾ ਨਹੀਂ ਹੋਇਆ MSP ਦਾ। ਸੋ ਫੈਡਰਲ ਪਹੁੰਚ ਅਨੁਸਾਰ ਇਹ ਮਸਲਾ ਜਿਹੜਾ ਵਿਚਾਰ ਚਰਚਾ ਲਈ ਰੱਖਿਆ ਜਾਣਾ ਚਾਹੀਦਾ, ਕਮੇਟੀ ਬਣਾਈ ਜਾਣੀ ਚਾਹੀਦੀ ਆ, ਉਹਦੇ ਨਿਯਮ ਤੇ ਸ਼ਰਤਾਂ ਤੈਅ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਮੰਤਵ ਇਹ ਹੋਣਾ ਚਾਹੀਦਾ ਇਹਦਾ ਕਿ ਜਿਣਸਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇਗਾ, ਪਰ ਉਹ ਕਿਵੇਂ ਬਣੇਗਾ, ਕਿੱਥੇ ਕਿੱਥੇ ਕਿਵੇਂ ਲਾਗੂ ਹੋਊਗਾ, ਇਹਦੇ ਬਾਰੇ ਬਹੁਤ ਵੱਡੇ ਸੰਵਾਦ ਦੀ ਲੋੜ ਆ। ਇਹਨੂੰ ਪ੍ਰੈਸਟੀਜ ਇਸ਼ੂ ਨਹੀਂ ਬਣਾਉਣਾ ਚਾਹੀਦਾ ਕਿ ਹੁਣੇ ਗਰੰਟੀ ਦੇਵੋ ਤਾਂ ਤੁਰਾਂਗੇ ਅਸੀਂ, ਕਿਉਂਕਿ ਕੇਂਦਰ ਸਰਕਾਰ ਹਾਰ ਗਈ, ਪਰ ਉਹ ਕਿਸਾਨਾਂ ਦੀ ਜਿੱਤ ਦੀ ਜਿਹੜੀ ਬਣੀ ਬਣਾਈ ਖੀਰ ਆ ਇਹਦੇ ਉੱਤੇ ਉਹ ਸੁਆਹ ਭੁੱਕਣਾ ਚਾਹੁੰਦੀ ਆ, ਇਹਦੇ ਉੱਤੇ ਇਹਨਾਂ ਨੂੰ ਬਦਲਾਉਣਾ ਚਾਹੁੰਦੀ ਆ। ਜੋ ਅੰਦੋਲਨ ਦਾ ਤਪ ਤੇਜ ਆ ਜਿਹੜਾ ਲਗਾਤਾਰ ਵਧਿਆ, ਉਹਨੂੰ ਉਲਝਾਉਣਾ ਤੇ ਠੰਡਾ ਪਾਉਣਾ ਚਾਹੁੰਦੀ ਆ। ਸੋ ਇਸ ਮਸਲੇ ਨੂੰ ਸੰਯੁਕਤ ਕਿਸਾਨ ਮੋਰਚੇ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਚਾਹੀਦਾ। ਜੀ ਬਿਲਕੁਲ ਮਾਲੀ ਸਾਹਿਬ, ਪਰ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਕਿਸਾਨ ਉਸ ਜਿੱਤ ਨੂੰ ਉਸ ਤਰੀਕੇ ਦੇ ਨਾਲ ਨਹੀਂ ਕਰ ਰਹੇ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ, ਕਿ ਜਸ਼ਨ ਵੱਡੇ ਪੱਧਰ ਤੇ ਹੋਵੇ, ਕਿਸਾਨਾਂ ਦੀ ਘਰ ਵਾਪਸੀ ਵੱਡੇ ਪੱਧਰ ਦੇ ਉੱਤੇ ਹੋਵੇ, ਉਹ ਉੱਥੋਂ ਡੰਕੇ ਦੀ ਚੋਟ ਦੇ ਉੱਤੇ ਵਾਪਸ ਆਉਣ, ਪਰ ਕਾਰਨ ਕੀ ਆ ਆਖਰਕਾਰ, ਕੀ ਸਮਝਿਆ ਜਾਵੇ? ਜਿਵੇਂ ਸਿਆਸੀ ਪਾਰਟੀਆਂ BJP ਸਾਫ਼ ਕਹਿ ਰਹੀ ਆ ਕਿ ਇਹ ਹੁਣ ਉੱਥੇ ਜਿਹੜੇ ਬੈਠੇ ਨੇ ਇਹ ਮਤਲਬ ਕਿ ਸਿਆਸਤ ਕਰ ਰਹੇ ਨੇ, ਉਹ ਤਾਂ ਸ਼ੁਰੂ ਤੋਂ ਕਹਿੰਦੇ ਆ ਰਹੇ ਨੇ ਕਿ ਇਹ ਸਿਆਸਤ ਕਰ ਰਹੇ ਨੇ, ਪਰ ਅੱਜ ਦੀ ਘੜੀ ਉਹ ਕਹਿੰਦੇ ਖੇਤੀ ਕਾਨੂੰਨ ਰੱਦ ਹੋਣ ਦੇ ਬਾਵਜੂਦ ਵੀ ਉੱਥੇ ਬਹਿਣਾ ਇਹ ਸਿਆਸਤ ਆ। ਇਹ ਦੇਖੋ ਜੀ, ਮੈਂ ਤੁਹਾਨੂੰ ਕਿਹਾ ਵੀ ਇਹਨਾਂ ਦੀ ਜਿੱਤ ਆ ਜਿਹੜੀ ਉਹਨੂੰ ਫਿੱਕੀ ਪਾਉਣ ਲਈ ਜਿੱਥੇ ਮੋਦੀ ਸਰਕਾਰ ਸਰਗਰਮ ਆ, ਅੰਦੋਲਨ ਦੇ ਵਿਰੋਧੀ ਸ਼ਕਤੀਆਂ ਸਰਗਰਮ ਨੇ, ਉੱਥੋਂ ਕਈ ਸੁਹਿਰਦ ਧਿਰਾਂ ਨੇ ਜਿਹੜੀਆਂ ਉਹ ਭੰਬਲ ਭੂਸੇ ਵਿੱਚ ਵੀ ਨੇ। ਅਸਲ ਦੇ ਵਿੱਚ ਕਿਸਾਨ ਅੰਦੋਲਨ ਨੇ ਜਿੱਥੇ ਜਾ ਕੇ ਸੱਟ ਮਾਰੀ ਆ ਫੈਡਰਲ ਢਾਂਚੇ ਤੇ। ਹੁਣ ਇਸ ਬਾਰੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਪੂਰੀ ਤਰ੍ਹਾਂ ਸਪਸ਼ਟਤਾ ਨਹੀਂ ਕਿ ਇਸ ਅਨੁਸਾਰ ਸਾਡੀਆਂ ਅਗਲੀਆਂ ਨੀਤੀਆਂ, ਪ੍ਰੋਗਰਾਮ ਤੇ ਸੰਘਰਸ਼ ਦੇ ਰੂਪ ਕੀ ਹੋਣੇ ਚਾਹੀਦੇ ਨੇ। ਉਦਾਹਰਨ ਦੇ ਤੌਰ ਤੇ ਅਮਨ ਕਾਨੂੰਨ ਰਾਜਾਂ ਦਾ ਮਸਲਾ, ਪੰਜਾਬ ਨੇ ਫੈਸਲਾ ਕਰ ਲਿਆ ਸਾਰੇ ਕੇਸ ਵਾਪਸ ਲਵਾਂਗੇ। ਜਿੰਨੇ 700 ਸ਼ਹੀਦ ਹੋਏ ਨੇ ਕਿਸਾਨ ਅੰਦੋਲਨ, ਜਿਹਦੇ 570 ਪੰਜਾਬ ਦੇ ਨੇ, ਸਰਕਾਰ ਨੇ ਫੈਸਲਾ ਕਰ ਲਿਆ ਕਿ 5 ਲੱਖ ਰੁਪਇਆ ਹਰ ਇੱਕ ਨੂੰ ਦਿੱਤਾ ਜਾਊਗਾ ਤੇ ਨੌਕਰੀ ਦਿੱਤੀ ਜਾਊਗੀ। ਇਸੇ ਤਰ੍ਹਾਂ ਇਹ ਰਾਜ ਸਰਕਾਰਾਂ ਦੇ ਹੱਲ ਕਰਨ ਦਾ ਮਸਲਾ, ਅਸੀਂ ਕਿਉਂ ਕਹੀਏ ਵੀ ਕੇਂਦਰ ਸਰਕਾਰ ਇਹਨੂੰ ਹੱਲ ਕਰੇ? ਕੇਂਦਰ ਸਰਕਾਰ ਰਾਜਾਂ ਨੂੰ ਹੁਕਮ ਦੇਵੇ, ਜਿਹੜੇ ਰਾਜਾਂ ਦੇ ਅਧਿਕਾਰ ਨੇ ਉਹ ਅਸੀਂ ਰਾਜਾਂ ਤੋਂ ਮਨਵਾਈਏ ਵੀ ਜੋ ਨੁਕਸਾਨ ਹੋਏ ਨੇ, ਕੇਸ ਨੇ, ਮੁਆਵਜ਼ੇ ਦੇਣੇ ਨੇ, ਇਹ ਅਸੀਂ ਹਮਲਾ ਰਾਜ ਸਰਕਾਰਾਂ ਤੇ ਸਿੱਧਤ ਕਰੀਏ। ਜਦੋਂ ਕੇਂਦਰ ਨੇ ਮੈਦਾਨ ਹੀ ਛੱਡਤਾ, ਹਾਰਨ ਦੇ ਦੋਏ ਤਰੀਕੇ ਹੁੰਦੇ ਆ ਨਾ ਜੀ, ਇੱਕ ਤਾਂ ਆਤਮ ਸਮਰਪਣ ਕਰ ਦੋ, ਇੱਕ ਮੈਦਾਨ ਛੱਡ ਕੇ ਭੱਜੋ। ਉਹ ਹੁਣ ਮੈਦਾਨ ਛੱਡ ਕੇ ਭੱਜ ਗਏ। ਸੋ ਇਸ ਕਰਕੇ ਜਿਹੜਾ ਇਹ ਸਵਾਲ ਆ ਕੇਸ ਵਾਪਸ ਲੈਣ ਦਾ, ਮੁਆਵਜ਼ੇ ਦਾ, ਇਹ ਰਾਜਾਂ ਦਾ ਮਸਲਾ ਤੇ ਸਾਨੂੰ ਰਾਜਾਂ ਤੇ ਫੋਕਸ ਕਰਨਾ ਚਾਹੀਦਾ। ਜਦੋਂ ਮੋਦੀ ਨੂੰ ਅਸੀਂ ਗੋਡੇ ਦਮ ਕਰ ਲਿਆ ਤੇ ਖੱਟਰ ਤੇ ਬਾਕੀ ਸਰਕਾਰਾਂ ਕਿਹਦੀਆਂ ਭਾਣੇ ਹਾਰ ਹੋਣਗੀਆਂ ਕਿਸਾਨ ਅੰਦੋਲਨ ਦੌਰਾਨ, ਕਿਉਂਕਿ ਹੁਣੇ ਮੁੜ ਕੇ ਹਰਿਆਣੇ ਦਾ ਅੰਦੋਲਨ ਤਾਂ ਰਹਿਣਾ ਨਹੀਂ, ਨਾ ਪੰਜਾਬ ਦਾ ਅੰਦੋਲਨ ਰਹਿਣਾ, ਨਾ ਲਖਮੀਰਪੁਰ ਖੀਰੀ ਕਰਕੇ ਇਕੱਲੇ UP ਦਾ ਰਹਿਣਾ। ਇਹ ਸੰਯੁਕਤ ਕਿਸਾਨ ਮੋਰਚੇ ਦੀ ਅੰਦੋਲਨ ਬਣਿਆ ਰਹਿਣਾ। ਸੰਯੁਕਤ ਕਿਸਾਨ ਅੰਦੋਲਨ ਮੋਰਚੇ ਨੂੰ ਆਪਣੀਆਂ ਸਫਾਂ ਨੂੰ ਹੋਰ ਇਕੱਠੇ ਕਰਨਾ, ਜੋ ਰਾਜਾਂ ਦੇ ਵਿੱਚ ਲੜਾਈ ਲੜਨੀ ਆ, ਚਾਹੇ ਉਹ MSP ਦੀ ਗਰੰਟੀ ਦੀ ਕਾਨੂੰਨ ਦੀ ਗੱਲ ਆ, ਚਾਹੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਸਤੀਫੇ ਦੀ ਗੱਲ ਆ, ਉਹ ਐਕਸ਼ਨ ਤਾਲਮੇਲ ਮੇ ਜਿਹੜੇ ਉਸ ਕਰਨ ਵੱਲ ਬਹੁਤ ਧਿਆਨ ਦੇਣਾ ਚਾਹੀਦਾ। ਹੁਣ ਇਹ ਮਸਲਾ UP ਦੀਆਂ ਚੋਣਾਂ ਨੇ, UP ਦੀਆਂ ਚੋਣਾਂ ਦਾ ਕੇਂਦਰੀ ਮੁੱਦਾ ਬਣ ਜਾਣਾ ਚਾਹੀਦਾ ਕਿ ਲਖਮੀਰਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਤੇ ਮੁਲਕ ਦੇ ਵਿੱਚੋਂ ਇਹਦੇ ਨਾਲ ਦੀ ਨਾਲ ਆਵਾਜ਼ ਉੱਠਣੀ ਚਾਹੀਦੀ ਆ। ਮੋਰਚੇ ਦੀ ਤਾਕਤ ਇਸ ਗੱਲ 'ਚ ਸੀ ਕਿ ਮੋਰਚੇ ਨੇ ਦਿੱਲੀ ਘੇਰ ਲਈ, ਉਹਨਾਂ ਦੀ ਪਿੱਠ ਆਪਣੇ ਮੈਦਾਨ ਨਾਲ ਲੱਗਦੀ ਸੀ, ਆਪਣੇ ਲੋਕਾਂ ਨਾਲ ਲੱਗਦੀ ਸੀ। ਜਿਹੜੀ ਸਪਲਾਈ ਚੇਨ ਸੀ, ਚਾਹੇ ਮਨੁੱਖੀ ਸ਼ਕਤੀ ਹੋਵੇ, ਰਾਸ਼ਨ ਪਾਣੀ ਹੋਵੇ, ਉਹ ਨਾਲ ਦੀ ਨਾਲ ਕੰਟੀਨਿਊ ਰਹੀ। ਜੇ ਕਿਤੇ ਦਿੱਲੀ ਦੇ ਵਿੱਚ ਜਾ ਕੇ ਘਿਰ ਜਾਂਦੇ
ਪਤਾ ਨਹੀਂ ਹਾਲਤ ਕੀ ਹੁੰਦੇ। ਸੋ ਇਸ ਕਰਕੇ ਹੁਣ ਸਾਰੀ ਲੜਾਈ ਦਾ ਕੇਂਦਰ ਉਹ ਸੂਬੇ ਬਣਨੇ ਚਾਹੀਦੇ ਨੇ ਜਿਨ੍ਹਾਂ ਨਾਲ ਇਹ ਸੰਬੰਧਿਤ ਮਸਲੇ ਨੇ, ਤੇ ਸੂਬਾ ਸਰਕਾਰਾਂ ਬਣਨੀਆਂ ਚਾਹੀਦੀਆਂ ਨੇ। ਐਮਐਸਪੀ ਤੈਅ ਕਰਾਉਣ ਦੀ ਗੱਲ ਹੋਵੇ, ਚਾਹੇ ਬਿਜਲੀ ਬਿੱਲ ਆ, ਚਾਹੇ ਪਰਾਲੀ ਬਿੱਲ ਆ, ਕਿਸਾਨਾਂ ਨੂੰ ਆਪਣੀ ਲੜਾਈ ਆ ਜਿਹੜੀ ਲੜਨ ਦੇ ਨਾਲ ਨਾਲ ਉਹ ਰਾਜ ਸਰਕਾਰਾਂ ਨੂੰ ਵੀ ਮੂਹਰੇ ਲਾਉਣਾ ਚਾਹੀਦਾ ਵੀ ਜਾ ਕੇ ਜਿਹੜੀ ਕੇਂਦਰ ਸਰਕਾਰ ਕਹਿੰਦੀ ਆ ਬਿਜਲੀ ਬਿੱਲ ਬਣਾਵਾਂਗੇ, ਸੀਡ ਬਿੱਲ ਲੈ ਕੇ ਆਵਾਂਗੇ, ਫਲਾਨ ਪਰਾਲੀ ਬਿੱਲ ਲੈ ਕੇ ਆਵਾਂਗੇ, ਜਾਓ ਉਹ ਲੋਕ ਸਭਾ ਦੇ ਵਿੱਚ ਡਟਵਾਂ ਵਿਰੋਧ ਕਰੋ। ਜੇ ਲੋਕ ਸਭਾ 'ਚ ਉਹ ਧੱਕਾ ਕਰਦੇ ਨੇ ਪਹਿਲਾਂ ਵਾਂਗੂ, ਅੱਬਲਾ ਤਾਂ ਉਹਨਾਂ ਦੀ ਬਾਲੀ ਜ਼ਰੂਰਤ ਪੈਣੀ ਨਹੀਂ ਹੁਣ ਪੰਗੇ ਲੈਣ ਦੀ, ਤਾਂ ਮੁੜ ਕੇ ਵਿਧਾਨ ਸਭਾਵਾਂ 'ਚ ਐਲਾਨ ਕਰਾਓ ਕਿ ਅਸੀਂ ਇਹ ਕਾਨੂੰਨ ਲਾਗੂ ਨਹੀਂ ਕਰਾਂਗੇ। ਫੈਡਰਲ ਢਾਂਚੇ ਦੀ ਲੜਾਈ ਫੈਡਰਲ ਤਰੀਕਿਆਂ ਨਾਲ ਇਹ ਲੜੀ ਜਾਣੀ ਆ, ਕਿਉਂਕਿ ਹੁਣ ਅਸੀਂ ਜਿਹੜੇ ਲੜੇ ਸੀ ਯੂਨੀਫਾਈਡ ਤੌਰ ਤੇ ਸਾਰੇ ਮੁਲਕ ਨੂੰ ਦਿੱਲੀ ਇਕੱਠਾ ਕੀਤਾ ਸੀ, ਉਹ ਆਪਾਂ ਹਰਾਤੇ। ਉਹ ਹਰਾਉਣ ਤੋਂ ਬਾਅਦ ਹੁਣ ਇਹ ਡੀਸੈਂਟਰਲਾਈਜ਼ ਕਰਨੀ ਪਊ, ਮਤਲਬ ਲੜਾਈ ਦੇ ਕੇਂਦਰ ਰਾਜ ਬਣਨਗੇ ਤੇ ਆਪਸੀ ਤਾਲਮੇਲ ਪਹਿਲਾਂ ਨਾਲੋਂ ਵੀ ਮਜ਼ਬੂਤ ਕਰਨਾ ਪਊਗਾ। ਇਸ ਦਿਸ਼ਾ ਵੱਲ ਫੈਸਲੇ ਲੈ ਕੇ ਕਿਸਾਨ ਅੰਦੋਲਨ ਨੂੰ ਮੇਰੇ ਸੁਝਾਅ ਅਨੁਸਾਰ ਇਹਨੂੰ ਲਮਕਾਉਣ ਦੀ ਥਾਂ, ਹੋਰ ਘਸਾਉਣ ਦੀ ਥਾਂ ਜਿੱਤ ਦੇ ਡੰਕੇ ਵਜਾ ਦੇਣੇ ਚਾਹੀਦੇ ਨੇ। ਤੇ ਸਾਰੀਆਂ ਪਾਰਟੀਆਂ ਕਿਵੇਂ ਪਾਰਲੀਮੈਂਟ ਚੱਲਣ ਦੇ ਦੇਣਗੀਆਂ ਜੀ ਜੇ ਉਹਨਾਂ ਨੇ ਕਮੇਟੀ ਨਾ ਬਣਾਈ ਜਾਂ ਕਮੇਟੀ ਉਹ ਸ਼ਰਤਾਂ ਅਨੁਸਾਰ ਨਹੀਂ ਬਣਾਈ। ਸੋ ਇਹ ਗੱਲਬਾਤ ਦਾ ਮਸਲਾ ਹੈ ਤੇ ਗੱਲਬਾਤ ਜਾਰੀ ਰਹਿਣੀ ਚਾਹੀਦੀ ਆ। ਇਹ ਇੱਕੋ ਸੱਟੇ ਹੱਲ ਨਹੀਂ ਹੋਣਾ, ਜੋ ਮੇਰੀ ਰਾਏ ਹੈ ਸੁਖਵਿੰਦਰ ਜੀ। ਜੀ ਬਿਲਕੁਲ, ਪਰ ਮਾਲੀ ਸਾਹਿਬ ਕਿਸਾਨਾਂ ਦੇ ਜਿਹੜੇ ਸ਼ੰਕੇ ਨੇ ਉਹ ਵੀ ਕਿਤੇ ਨਾ ਕਿਤੇ ਜਾਇਜ਼ ਲੱਗਦੇ। ਜੇ ਪੰਜਾਬ ਦੇ ਵਿੱਚ ਸਰਕਾਰ ਨੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂ ਨੌਕਰੀਆਂ ਦੀ ਗੱਲ ਕੀਤੀ ਹੈ ਤਾਂ ਇੱਥੇ ਤਾਂ ਕਾਂਗਰਸ ਦੀ ਸਰਕਾਰ ਹੈ। ਬਾਕੀ ਸੂਬਿਆਂ ਦੇ ਵਿੱਚ ਜਿੱਥੇ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਨੇ ਉਹ ਤਾਂ ਮੁਆਵਜ਼ਾ ਦੇਣ ਦੀ ਥਾਂ ਤੇ ਉਹ ਤਾਂ ਉਹਨਾਂ ਕੋਲ ਤਾਂ ਲਿਸਟ ਵੀ ਨਹੀਂ ਵੀ ਕਿੰਨੇ ਕੁ ਕਿਸਾਨ ਜਿਹੜੇ ਇਸ ਅੰਦੋਲਨ ਦੇ ਦੌਰਾਨ ਸ਼ਹਾਦਤ ਪਾ ਗਏ। ਤੇ ਦੂਜੀ ਗੱਲ ਰਹੀ ਕਿ ਉਹਨਾਂ ਨੂੰ ਇਸੇ ਗੱਲ ਦਾ ਡਰ ਹੈ ਕਿ ਜੇ ਕੇਂਦਰ ਸਰਕਾਰ ਕਹੂਗਾ ਤਾਂ ਹੀ ਉਹਨਾਂ ਦੀਆਂ ਜਿੱਥੇ ਜਿੱਥੇ ਸੂਬਿਆਂ ਸਰਕਾਰਾਂ ਨੇ ਉਹ ਮੰਨਣਗੀਆਂ, ਨਹੀਂ ਤਾਂ ਤੁਸੀਂ ਦੇਖਿਆ ਖੱਟਰ ਸਾਹਿਬ ਦਾ ਹਾਲ, ਉਹ ਨਹੀਂ ਹਾਲੇ ਵੀ ਮੰਨਣ ਨੂੰ ਤਿਆਰ। ਯੂਪੀ ਸਰਕਾਰ ਲਖੀਮਪੁਰ ਵਾਲੇ ਮਸਲੇ 'ਚ ਨਹੀਂ ਮੰਨਣ ਨੂੰ ਤਿਆਰ, ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮਸਲੇ ਤੇ ਆ ਤੁਹਾਡੇ ਸਾਡੇ ਸਭ ਦੇ ਸਾਹਮਣੇ ਆ, ਕੋਈ ਅਸਤੀਫਾ ਨਹੀਂ, ਕੋਈ ਇਹੋ ਜਿਹੀ ਕਾਰਵਾਈ ਨਹੀਂ। ਉਹਦੇ ਪੁੱਤ ਨੂੰ ਭਾਵੇਂ ਫੜਿਆ ਗਿਆ ਪਰ ਉਹ ਵੀ ਲੱਗਦਾ ਕਿ ਲਿਪਾ ਪੋਚੀ। ਇੱਧਰ ਹਰਿਆਣੇ ਦੇ ਵਿੱਚ ਜਿਹੜੇ IAS ਦੇ ਉੱਤੇ ਰੌਲਾ ਰੱਪਾ ਪਿਆ ਸੀਗਾ ਉਹਦੇ ਉੱਤੇ ਵੀ ਕੋਈ ਕੰਮ ਨਹੀਂ। ਫਿਰ ਗੱਲ ਤਾਂ ਉੱਥੇ ਹੀ ਆ ਜਾਣੀ। ਨਹੀਂ, ਤੁਸੀਂ ਰਾਜਾਂ ਦੀ ਬਾਗਡੋਰ ਕੇਂਦਰ ਦੇ ਹੱਥ 'ਚ ਕਿਉਂ ਫੜਾਉਂਦੇ ਹੋ ਜੀ? ਜਦੋਂ ਰਾਜਾਂ ਨੂੰ ਇਹ ਅਧਿਕਾਰ ਨੇ, ਤੁਸੀਂ ਕਿਉਂ ਕਹਿੰਦੇ ਹੋ ਜੇ ਕੇਂਦਰ ਕਹੂ ਤਾਂ ਉਹ ਕਰਨਗੇ ਜੀ? ਜਦੋਂ ਉਹਨਾਂ ਦੇ ਅਧਿਕਾਰ ਨੇ, ਤੁਸੀਂ ਲਖਮੀਰਪੁਰ ਖੇੜੀ ਕਾਂਡ ਦੀ ਮਤਲਬ ਅੰਦੋਲਨ ਫੋਕਸ ਕਰ ਦਿਓ ਯੂਪੀ ਦੇ ਵਿੱਚ, ਉੱਥੇ ਹਰਿਆਣੇ ਵਾਲੇ ਵੀ ਜਾਣ, ਪੰਜਾਬ ਵਾਲੇ ਵੀ ਜਾਣ। ਹਰਿਆਣੇ ਵਾਲੇ ਫੋਕਸ ਕਰ ਦੇਣ ਹਰਿਆਣੇ 'ਚ ਵੀ ਆਹ ਕੇਸ ਵਾਪਸ ਲਓ ਤੇ ਆਹ ਸਜ਼ਾ ਦਿਓ। ਇਸ ਕਰਕੇ ਜਿਹੜੇ ਰਾਜਾਂ ਦਾ ਹੱਕ ਆ, ਅਸੀਂ ਰਾਜਾਂ ਨੂੰ ਫ੍ਰੀ ਕਰਕੇ ਕੇਂਦਰ ਤੇ ਦਬਾਅ ਪਾਈਏ ਆਲ ਇੰਡੀਆ ਲੈਵਲ ਦਾ ਵੀ ਤੁਸੀਂ ਸਰਕਾਰਾਂ ਨੂੰ ਕਹੋ ਜੀ। ਫਿਰ ਤੁਸੀਂ ਇਹਨਾਂ ਵੱਲ ਸੂਬੇ ਸਰਕਾਰਾਂ ਦੀ ਨੱਥ ਖੁਦੇ ਸੈਂਟਰ ਨੂੰ ਫੜਾਉਣ ਦੇ ਹੱਕ 'ਚੋਂ ਵੀ ਜੇ ਸੈਂਟਰ ਕਹੂ ਤਾਂ ਕਰਨਗੇ ਜੀ। ਤੁਸੀਂ ਜੋ ਹੁਣ ਤੱਕ ਦਾ ਵਰਤਾਂਤ ਸਿਰਜਿਆ ਹੋਇਆ ਉਹਨੂੰ ਤੋੜੋ। ਮੋਦੀ ਕਹੇ ਨਾ ਕਹੇ, ਖੱਟਰ ਸਰਕਾਰ ਦੇ ਅਧਿਕਾਰ ਖੇਤਰ ਦਾ ਮਸਲਾ, ਜੋ ਫੈਸਲੇ ਲੈਣੇ ਨੇ। ਲਖੀਮਪੁਰ ਖੇੜੀ ਦੀ ਕਾਂਡ ਦੀ ਜਿਹੜੀ ਜਾਂਚ ਯੂਪੀ ਸਰਕਾਰ ਜਿਹੜੀ ਟਸਮਸ ਕਰ ਰਹੀ ਆ, ਉਹ ਤੇ ਸੁਪਰੀਮ ਕੋਰਟ ਦਾ ਕੁੰਡਾ, ਉੱਥੇ ਅੰਦੋਲਨ ਫੇਰ ਤੇਜ਼ ਹੋਣਾ ਚਾਹੀਦਾ। ਜੇ ਤੁਸੀਂ ਇਹਨਾਂ ਗੱਲਾਂ ਤੇ ਇਸ ਅੰਦੋਲਨ ਦੀ ਚਾਲ ਤੇ ਫਿੱਕ ਅਸੀਂ ਲਮਕਾਈਂਗੇ ਬਾਰਡਰਾਂ ਤੇ ਅੰਦੋਲਨ ਨੂੰ, ਫੇਰ ਮੈਨੂੰ ਲੱਗਦਾ ਉਹਦਾ ਅਸਰ ਘਟੂਗਾ। ਰਾਜਾਂ ਤੇ ਫੋਕਸ ਕਰਕੇ ਅੰਦੋਲਨ, ਸਾਰੀਆਂ ਗੱਲਾਂ ਜਿਹੜੀਆਂ ਥੋੜੀਆਂ ਥੋੜੀਆਂ ਨੇ ਉਹਨਾਂ ਨੂੰ ਹੱਲ ਕਰਨ ਦਾ ਅਸਰ ਵਧੂਗਾ। ਇਹ ਮੇਰਾ ਜਾਇਜ਼ਾ। ਪਰ ਮਾਲੀ ਸਾਹਿਬ ਜਦੋਂ MSP ਦੀ ਗੱਲ ਹੁੰਦੀ, ਤੁਸੀਂ ਕਹਿੰਦੇ ਹੋ ਕਿ ਸੂਬਾ ਸਰਕਾਰਾਂ ਪ੍ਰੈਸ਼ਰ ਬਣਾਉਣ, ਸੂਬਾ ਸਰਕਾਰਾਂ ਕੋਲੋਂ ਲਓ MSP ਦਾ ਸਾਰਾ ਜਿਹੜਾ ਉਹ ਕੇਂਦਰ ਤੋਂ ਲੈ ਕੇ ਆਉਣਗੇ ਤੁਹਾਡੇ ਲਈ। ਪਰ ਇਹਦੇ ਵਿੱਚ ਇਹ ਵੀ ਹੈ ਨਾ ਕਿ ਸੂਬਾ ਸਰਕਾਰਾਂ MSP ਤਾਂ ਦੇ ਨਹੀਂ ਸਕਦੀਆਂ, ਉਹਨਾਂ ਨੇ ਵੀ ਕੇਂਦਰ ਦੇ ਪਾਸੇ ਜਾਣਾ ਤੇ ਨਾ ਹੀ ਸੂਬਾ ਸਰਕਾਰਾਂ ਦੇ ਵਿੱਚ ਇੰਨਾ ਦਮਖਮ ਲੱਗਦਾ ਹੈ ਕਿ ਉਹ ਕਿਸਾਨਾਂ ਵਾਂਗੂ ਆਪਣਾ ਘਰ-ਬਾਰ ਛੱਡ ਕੇ ਉੱਥੇ ਜਾ ਕੇ ਕੇਂਦਰ ਦੇ ਦਰਾਂ ਤੇ ਜਾ ਕੇ ਬਹਿ ਜਾਣ ਕਿ ਕਰੋ ਹੱਲ। ਨਹੀਂ ਸੁਖਮਿੰਦਰ ਜੀ, ਇਹਨਾਂ ਮਸਲਿਆਂ ਬਾਰੇ ਬੜੀ ਰੋਲ ਘਚੋਲੇ ਵਾਲੀ ਸਮਝ ਆ ਜਿਹਨੂੰ ਬਹੁਤ ਸਪਸ਼ਟ ਕਰਨ ਦੀ ਲੋੜ ਆ। ਇਹ ਨਹੀਂ ਹੈ ਵੀ ਰਾਜ ਸਰਕਾਰਾਂ MSP ਤੈਅ ਨਹੀਂ ਕਰ ਸਕਦੀਆਂ। ਕੇਰਲਾ ਸਰਕਾਰ ਨੇ ਵੀ ਤੈਅ ਕੀਤਾ, ਹਰਿਆਣਾ ਸਰਕਾਰ ਨੇ ਇਹ ਤੈਅ ਕੀਤਾ MSP ਤੇ ਵੇਚ ਦੇ ਵਿੱਚ ਜਿਹੜਾ ਗੈਪ ਰਹੂ ਉਹ ਅਸੀਂ ਪੂਰਾ ਕਰਾਂਗੇ। ਇੱਕ ਸਕੀਮ ਆ ਸਰਕਾਰ ਦੀ ਜਿਹਦੇ ਵੱਲ ਰਾਜ ਸਰਕਾਰਾਂ ਨੇ ਕੋਈ ਧਿਆਨ ਹੀ ਨਹੀਂ ਦਿੱਤਾ, ਮਾਰਕੀਟ ਦੇ ਵਿੱਚ ਇੰਟਰਵੈਂਸ਼ਨ ਕਰਨ ਦੀ। ਤੁਸੀਂ ਯਾਦ ਕਰੋ ਤੋਮਰ ਜਦੋਂ ਚੰਡੀਗੜ੍ਹ ਆਇਆ ਸੀ, ਉਹਨੂੰ ਸਵਾਲ ਕੀਤਾ ਸੀ ਕਣਕ ਤੇ ਝੋਨੇ ਤੋਂ ਬਿਨਾਂ ਬਾਕੀ ਤਾਂ MSP ਲਾਗੂ ਹੀ ਨਹੀਂ ਹੁੰਦੀ। ਉਹ ਕਹਿੰਦਾ ਦੱਸੋ ਜੀ ਸਾਨੂੰ ਪੰਜਾਬ ਸਰਕਾਰ ਨੇ ਕਦੋਂ ਕਿਹਾ ਵੀ ਬਾਕੀਆਂ ਤੇ ਲਾਗੂ ਕਰੋ? ਆਹ ਦੇਖੋ ਹਰਿਆਣੇ ਦੇ ਵਿੱਚ ਸਰੋਂ ਤੇ ਤਾਰਾ ਮੀਰਾ ਤੇ ਕਿਤੇ ਗੁਆਰੇ ਤੇ ਹੋ ਰਹੀ ਹੈ ਨਾ ਲਾਗੂ। ਇਹ ਰਾਜ ਸਰਕਾਰਾਂ ਨੇ ਆਪਦਾ ਵੇਸਲਾਪਣ ਕਰਕੇ ਜਾਂ ਸੈਂਟਰ ਤੇ ਸਾਰਾ ਸੁੱਟ ਕੇ
ਜੋ ਕੁਝ ਇਹਨਾਂ ਨੂੰ ਕਰਨਾ ਚਾਹੀਦਾ ਸੀ ਖੇਤੀ ਲਈ, ਜੋ ਇਹਨਾਂ ਨੂੰ ਅਧਿਕਾਰ ਦਿੱਤੇ ਹੋਏ ਨੇ, ਉਹ ਇਹਨਾਂ ਨੇ ਕੀਤਾ ਨਹੀਂ। ਉਹ ਇਹਨਾਂ ਤੋਂ ਕਰਾਉਣ ਦੀ ਲੋੜ ਆ। ਜਦੋਂ ਇਹ ਕਹਿੰਦੇ ਨੇ ਵੀ ਜੇ ਹਰਿਆਣੇ ਨੇ ਕਣਕ ਝੋਨੇ ਤੋਂ ਬਿਨਾਂ ਬਾਕੀ ਮੰਗਿਆ, ਰਾਜਸਥਾਨ ਨੇ ਕਣਕ ਝੋਨੇ ਤੋਂ ਬਿਨਾਂ ਬਾਕੀ ਮੰਗਿਆ, ਉਹ ਅਸੀਂ ਤੈਅ ਕੀਤਾ। ਜੇ ਐਮਐਸਪੀ ਤੇ ਦੂਜੇ ਚ ਗਏ ਪਾ ਤਾਂ ਦੋਹੇ 50% ਉਹਨੂੰ ਤੈਅ ਕਰਨਗੀਆਂ। ਬਹੁਤ ਸਾਰੀਆਂ ਇੰਨੀਆਂ ਸਕੀਮਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਫਸਰਸ਼ਾਹੀ ਨੇ, ਸਿਆਸਤਦਾਨਾਂ ਨੇ ਠੰਡੇ ਵਾਸਤੇ ਪਾਇਆ ਹੋਇਆ। ਖੇਤੀ ਨੂੰ ਲਾਭ ਦੇਣ ਲਈ ਕੇਂਦਰੀ ਸਕੀਮਾਂ ਦਾ ਜਾਂ ਜੋ ਰਾਜ ਸਰਕਾਰ ਕਰ ਰਹੀ ਆ ਉਸ ਪਾਸੇ ਤੁਰੀ ਨਹੀਂ। ਅੱਜ ਪੰਜਾਬ ਸਰਕਾਰ ਕਿਵੇਂ ਕਹਿ ਰਹੀ ਆ ਕਿ 133 ਚੀਜ਼ਾਂ ਤੇ ਅਸੀਂ ਵੀ ਐਮਐਸਪੀ ਦੇਣ ਬਾਰੇ ਸੋਚ ਰਹੇ ਹਾਂ। ਤੋਂ ਇਹਦੇ ਬਾਰੇ ਜਿਹੜੇ ਕਾਨੂੰਨ ਬਣੇ ਹੋਏ ਨੇ ਉਹ ਮਿੱਟੀ ਘੱਟੇ ਰੋਲੇ ਹੋਏ ਨੇ। ਉਹਨਾਂ ਨੂੰ ਸਾਨੂੰ ਸੋਚਣ ਦੀ ਲੋੜ ਆ, ਉਹਨਾਂ ਨੂੰ ਸਾਹਮਣੇ ਲਿਆਉਣ ਦੀ ਲੋੜ ਆ ਤੇ ਰਾਜ ਸਰਕਾਰਾਂ ਦੇ ਗਲਾਵੇਂ 'ਚ ਹੱਥ ਪਾਉਣ ਦੀ ਲੋੜ ਆ। ਇਹ ਨਹੀਂ ਵੀ ਸੈਂਟਰ ਤੋਂ ਬਿਨਾਂ ਕੁਝ ਹੋ ਹੀ ਨਹੀਂ ਸਕਦਾ। ਸੈਂਟਰ ਦੀ ਜ਼ਿੰਮੇਵਾਰੀ ਆ ਜਿਹੜਾ ਫੂਡ ਸਿਕਿਉਰਿਟੀ ਐਕਟ ਆ ਉਹਦੇ ਅਧੀਨ ਪੀਡੀਐਸ ਪ੍ਰਣਾਲੀ ਆ ਜਿਹਨੂੰ ਅਸੀਂ ਜਨਤਕ ਵੰਡ ਪ੍ਰਣਾਲੀ ਕਹਿੰਦੇ ਆ। ਉਹਦੇ ਖਾਤਰ ਕੇਂਦਰ ਨੂੰ ਝੋਨਾ ਖਰੀਦਣਾ ਪੈਣਾ। ਉਹਨਾਂ ਦੀ ਮਰਜ਼ੀ ਤੇ ਨਹੀਂ ਹੈ ਨਿਰਭਰ, ਕਾਨੂੰਨਨ ਉਹਨਾਂ ਦੀ ਜ਼ਿੰਮੇਵਾਰੀ ਆ। ਹੁਣ ਵੀ ਉਹ ਦੇ ਰਹੇ ਆ ਨਾ ਜੀ, ਕੇਂਦਰ ਨੇ ਤਾਂ ਕਰਨੀ ਕਰਨਾ। ਰਾਜ ਸਰਕਾਰਾਂ ਨੂੰ ਵੀ ਇਹਦੇ ਵਿੱਚ ਸਰਗਰਮ ਸ਼ਮੂਲੀਅਤ ਕਰਨੀ ਪੈਣੀ ਆ ਤੇ ਫਿਰ ਤੈਅ ਕਰਨਾ ਪੈਣਾ ਵੀ ਕਿਹੜੀ ਚੀਜ਼ ਅਸੀਂ ਕਿੰਨੀ ਖਰੀਦਾਂਗੇ, ਕਿਹੜੇ ਭਾਅ ਖਰੀਦਾਂਗੇ, ਐਮਐਸਪੀ ਦੇਵਾਂਗੇ। ਸੋ ਇਹ ਇੱਕ ਬੰਦ ਲਿਫਾਫਾ ਜਿਹਾ ਪਿਆ, ਇਹਨੂੰ ਖਰੋਲ ਕੇ ਫਰੋਲਣ ਦੀ ਲੋੜ ਆ। ਮੈਂ ਇੰਟਰਵਿਊ ਸੁਣੀ ਸੀ ਇੱਕ ਸੁਖਪਾਲ ਸਿੰਘ ਨੇ, ਅਹਿਮਦਾਬਾਦ ਤੋਂ ਖੇਤੀ ਅਰਥ ਸ਼ਾਸਤਰੀ, ਉਹਨਾਂ ਨੇ ਬੜੇ ਦੇ ਹਵਾਲੇ ਦਿੱਤੇ ਵੀ ਮੱਧ ਪ੍ਰਦੇਸ਼ ਨੇ ਵੀ ਸਰਕਾਰ ਨੇ ਆ ਕਾਨੂੰਨ ਬਣਾਇਆ ਹੋਇਆ ਪਰ ਲਾਗੂ ਨਹੀਂ ਕਰਦੇ, ਫਲਾਨੀ ਸਰਕਾਰ ਨੇ ਵੀ ਬਣਾਇਆ ਹੋਇਆ ਪਰ ਲਾਗੂ ਨਹੀਂ ਕਰਦੇ। ਸੋ ਰਾਜ ਸਰਕਾਰ ਜਦੋਂ ਮਸਲਾ ਇਹ ਰਾਜਾਂ ਦੇ ਅਧਿਕਾਰ ਦਾ ਆ ਗਿਆ ਤਾਂ ਰਾਜ ਸਰਕਾਰਾਂ ਦੀ ਸੰਘੀ ਨੱਪਣ ਦੀ ਲੋੜ ਆ। ਉਹਦੀ ਖਾਤਰ ਜਿੰਨੀ ਸੈਂਟਰ ਦੀ ਲੋੜ ਆ, ਸਹਾਇਤਾ ਦੀ ਲੋੜ ਆ, ਉਹ ਸੈਂਟਰ ਤੇ ਵੀ ਦਬਾਅ ਪਾਉਣ ਦੀ ਲੋੜ ਆ। ਰਾਜ ਸਰਕਾਰਾਂ ਵੀ ਉਸ ਦਬਾਅ ਉਹਨਾਂ ਤੇ ਪਾਉਣ, ਕਿਉਂਕਿ ਜੇ ਪੰਜਾਬ 'ਚ ਕਣਕ ਝੋਨਾ ਤਾਂ ਕਿਤੇ ਕਣਕ ਝੋਨੇ ਦੀ ਲੋੜ ਆ, ਜੇ ਕਿਤੇ ਬਾਸਮਤੀ ਆ ਉੱਥੇ ਕਿਸੇ ਹੋਰ ਥਾਂ ਤੇ ਹੋਰ ਚੀਜ਼ ਦੀ ਲੋੜ ਆ। ਕਿਤੇ ਪਿਆਜ਼ ਜ਼ਿਆਦੇ ਨੇ, ਕਿਤੇ ਸਰੋਂ ਜ਼ਿਆਦੇ ਆ, ਕਿਤੇ ਗੰਨਾ ਜ਼ਿਆਦੇ ਆ, ਕਿਤੇ ਆਲੂ ਜ਼ਿਆਦੇ ਨੇ। ਇਹ ਅੱਡ-ਅੱਡ ਚੀਜ਼ਾਂ ਦਾ ਇੱਕ ਜਿਹਨੂੰ ਡਾਈਵਰਸਿਫਿਕੇਸ਼ਨ ਆਪਾਂ ਕਹਿੰਦੇ ਆ, ਵਿਭਿੰਨਤਾ ਕਹਿੰਦੇ ਆ, ਉਹ ਸਿਸਟਮ ਨੂੰ ਫਰੋਲ ਕੇ ਖੇਤੀ ਦਾ ਜਿਹੜਾ ਵਿਕਾਸ ਪੈਟਰਨ ਆ ਉਹਦੇ ਵੱਲ ਵੀ ਬਦਲਣ ਦੀ ਕੋਸ਼ਿਸ਼ ਹੋਣੀ ਚਾਹੀਦੀ ਆ, ਜਿਹਦੇ ਵਿੱਚ ਰਾਜ ਸਰਕਾਰਾਂ ਦੀ ਵੱਡੀ ਭੂਮਿਕਾ, ਰਾਜ ਸਰਕਾਰਾਂ ਦਾ ਬਹੁਤ ਵੱਡਾ ਰੋਲ ਆ। ਇਹ ਤਾਂ ਸਰਾਣੇ ਬਾਹ ਦੇ ਕੇ ਸੌਂ ਜਾਂਦੇ ਨੇ, ਸਾਡੇ ਵੱਸ ਦੀ ਗੱਲ ਨਹੀਂ ਜੀ, ਇਹ ਤਾਂ ਸੈਂਟਰ ਦੀ ਗੱਲ ਆ। ਫਿਰ ਜਦੋਂ ਮਹਿਕਮਾ ਇਹ ਰਾਜਾਂ ਦਾ, ਤੁਹਾਡੇ ਵੱਸ ਦੀ ਗੱਲ ਕਿਉਂ ਨਹੀਂ? ਸੋ ਇਸ ਗੱਲ ਤੇ ਬੜੀ ਮਾਥਾਪੱਚੀ ਕਰਨ ਦੀ ਲੋੜ ਆ। ਬਹੁਤ ਉਲਝਣਾਂ ਨੇ, ਬਹੁਤ ਅਸਪਸ਼ਟਤਾਵਾਂ ਨੇ ਜਿਨ੍ਹਾਂ ਤੇ ਮੱਥਾਪੱਚੀ ਕਰਕੇ ਇਹਨਾਂ ਨੂੰ ਕਲੀਅਰ ਕਰਨ ਦੀ, ਸਪਸ਼ਟ ਕਰਨ ਦੀ ਲੋੜ ਆ। ਨਵੇਂ ਲਾਂਘੇ, ਨਵੇਂ ਰਾਹ ਭੰਨਣ ਦੀ ਲੋੜ ਆ। ਬਿਲਕੁਲ ਬਿਲਕੁਲ। ਜਿੱਥੇ ਤੱਕ ਸਵਾਲ ਮਾਲੀ ਸਾਹਿਬ ਉਹਦਾ ਆ ਸਿਆਸਤ ਦਾ, ਕਿ ਗੁਰਨਾਮ ਸਿੰਘ ਚੜੂਨੀ ਬੜੇ ਸਪਸ਼ਟ ਨੇ ਸਿਆਸਤ ਨੂੰ ਲੈ ਕੇ। ਕਹਿੰਦੇ ਕੁਝ ਕਿਸਾਨ ਆਗੂ ਜਿਹੜੇ ਨੇ ਉਹ ਵੀ ਤਿਆਰ ਨੇ, ਜਿਹੜੇ ਪੰਜਾਬ ਵਾਲੇ ਨੇ, ਕਹਿੰਦੇ ਤੁਹਾਨੂੰ ਲੱਗ ਜਾਣਾ ਪਤਾ। ਪਰ ਇਹਦੇ ਵਿਚਾਲੇ ਜਦੋਂ ਉਹ ਰਾਹ ਦੇ ਕਿਸੇ ਅਫਸਰ ਦੀ ਗੱਲ ਕਰਦੇ ਨੇ ਜਾਂ ਸਿੱਧੇ ਤੌਰ ਦੇ ਉੱਤੇ ਨਾਮ ਵੀ ਲੈ ਦਿੰਦੇ ਨੇ ਕਿ ਆਹ ਕਿਸਾਨ ਆਗੂ ਜਿਹੜਾ ਆ ਇਸ ਢੰਗ ਦੇ ਨਾਲ ਵਾਪਸ ਆਉਣਾ ਚਾਹੁੰਦਾ, ਇੱਧਰੋਂ ਉੱਧਰੋਂ ਪ੍ਰੈਸ਼ਰ ਜਿਹੜਾ ਬਣਿਆ ਹੋਇਆ ਸਿਆਸਤ ਨੂੰ ਲੈ ਕੇ, ਉਹ ਕਹਿੰਦੇ ਕਿ ਮੈਂ ਤਾਂ ਚੋਣ ਲੜਨੀ ਨਹੀਂ, ਇਹਨਾਂ ਸਾਰੇ ਆਗੂਆਂ ਨੇ ਵੀ ਤੁਹਾਡੇ ਸਾਹਮਣੇ ਲੜ ਪੈਣੀ ਆ ਤੇ ਮੈਂ ਵੀ ਆਪਣੇ ਬੰਦੇ ਜਿਹੜੇ ਉਹ ਪੰਜਾਬ ਦੇ ਵਿੱਚ ਖੜੇ ਕਰਨੇ ਨੇ, ਕਿਉਂਕਿ ਉਹ ਕਹਿੰਦੇ ਪੰਜਾਬ ਬਦਲਾਅ ਮੰਗ ਰਿਹਾ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਇਸ ਸਵਾਲ ਦੇ ਉੱਤੇ? ਹਾਲਾਂਕਿ ਕਿਸਾਨ ਮੋਰਚੇ ਦੇ ਜਿਹੜੇ ਪੰਜਾਬ ਵਾਲੇ ਆਗੂ ਨੇ ਉਹ ਆਉਂਦੇ ਤਾਂ ਨਹੀਂ, ਪਰ ਉਹ ਇਹ ਜ਼ਰੂਰ ਕਹਿ ਦਿੰਦੇ ਨੇ, ਇੱਕ ਰਾਹ ਖੁੱਲਾ ਛੱਡ ਦਿੰਦੇ ਨੇ ਕਿ ਆਹ ਮਸਲਾ ਹੱਲ ਹੋ ਜੇ, ਉਸ ਤੋਂ ਬਾਅਦ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ। ਸੁਖਵਿੰਦਰ ਜੀ, ਪਹਿਲਾਂ ਵੀ ਆਪਾਂ ਕਈ ਵਾਰ ਗੱਲ ਕੀਤੀ ਆ, ਕਿਸਾਨ ਆਗੂਆਂ ਕੋਲੇ ਬਦਲਵੀਂ ਸਿਆਸਤ ਦਾ ਹਾਲੇ ਚੌਖਟਾ ਨਹੀਂ ਹੈ, ਉਸ ਤਰ੍ਹਾਂ ਮੁੱਦੇ ਨਹੀਂ ਹੈ। ਉਸ ਪਾਸੇ ਇਹਨਾਂ ਨੇ ਧਿਆਨ ਨਾ ਪਹਿਲਾਂ ਦਿੱਤਾ, ਨਾ ਹਾਲੇ ਗੰਭੀਰਤਾ ਨਾਲ ਧਿਆਨ ਦੇ ਰਹੇ ਨੇ। ਪੰਜਾਬ ਬਾਰੇ ਨੀਤੀ ਆ ਜਿਹੜੀ ਉਹੀ ਆ, ਟੂ ਕ੍ਰੀਏਟ ਮੋਰ ਐਂਡ ਮੋਰ ਕਨਫਿਊਜ਼ਨ। ਭਾਜਪਾ ਦੀ ਨੀਤੀ ਆ ਵੱਧ ਤੋਂ ਵੱਧ ਘਚੋਲਾ ਪਾਓ, ਇਹਦੇ ਖਾਤਰ ਅਮਰਿੰਦਰ ਨੂੰ ਥਾਪੀ ਦੇ ਦਿਓ, ਇਹਦੇ ਵਿੱਚ ਸਿੱਖ ਲੀਡਰਾਂ ਨੂੰ ਭਾਜਪਾ 'ਚ ਸ਼ਾਮਲ ਕਰ ਲਓ, ਇਹਦੇ ਵਿੱਚ ਚੜੂਨੀ ਆ ਜਿਹੜਾ ਉਹ ਵੀ ਚੱਲਣ ਦਿਓ। ਚੜੂਨੀ ਸਾਹਿਬ ਕੋਲੇ ਇਦੋਂ ਬਿਨਾਂ ਕਿਹੜਾ ਸਿਧਾਂਤ ਆ? ਚੰਗੇ ਬੰਦੇ ਹੋਣੇ ਚਾਹੀਦੇ ਨੇ ਜੀ, ਇਮਾਨਦਾਰ ਬੰਦੇ ਹੋਣੇ ਚਾਹੀਦੇ ਨੇ ਜੀ, ਉਹ ਸਭ ਕੁਝ ਕਰ ਦੇਣਗੇ। ਕੀ ਕਰ ਦੇਣਗੇ ਜੀ ਉਹ? ਜਦੋਂ ਤੱਕ ਤੁਹਾਡੇ ਕੋਲੇ ਨੀਤੀਆਂ ਨਹੀਂ, ਸਿਆਸਤ ਨਹੀਂ, ਬਦਲਵੀਂ ਪਹੁੰਚ ਨਹੀਂ। ਸਿਆਸਤ ਫੈਸਲਾ ਕੁਨ ਹੁੰਦੀ ਆ, ਬੰਦਾ ਫੈਸਲਾ ਕੁਨ ਨਹੀਂ ਹੁੰਦਾ। ਬਦਲਵੀਂ ਸਿਆਸਤ ਦਾ ਪੈਰੋਕਾਰ ਬੰਦਾ ਜਿਹੜਾ ਜਦੋਂ ਉਹ ਚੋਣ ਲੜਦਾ, ਉਸ ਸਿਆਸਤ ਤੇ ਪਹਿਰਾ ਦਿੰਦਾ, ਉਹਦੇ ਅਨੁਸਾਰ ਲੜਾਈ ਲੜਦਾ, ਉਹਦੇ ਅਨੁਸਾਰ ਤਬਦੀਲੀ ਕਰੂਗਾ, ਫੇਰ ਇਹ ਫਰਕ ਪਊਗਾ। ਆਪਦੇ ਆਪ 'ਚ ਜਿਹੜੀ ਪੰਜਾਬ ਨੂੰ ਬਦਲਵੀਂ ਸਿਆਸਤ ਦੀ ਲੋੜ ਆ, ਮੁੱਦਿਆਂ ਦੀ ਸਿਆਸਤ ਦੀ ਲੋੜ ਆ, ਮੁੱਦਿਆਂ ਦੇ ਹੱਲ ਦੇ ਤਰੀਕੇਕਾਰ ਦੀ ਵਿਉਂਤਬੰਦੀ ਦੀ ਲੋੜ ਆ,
ਲੋਕਾਂ ਮੂਹਰੇ ਜਵਾਬਦੇਹੀ ਦੀ ਲੋੜ ਆ। ਉਹ ਸਿਧਾਂਤ ਤਾਂ ਕੋਈ ਵੀ ਹੈ ਨਹੀਂ ਚੜੂਨੀ ਸਾਹਿਬ ਕੋਲੇ। ਸਿਰਫ ਇਹ ਆ ਵੀ ਪੰਜਾਬ ਦੇ ਲੋਕ ਬਦਲ ਚਾਹੁੰਦੇ ਨੇ, ਇਸ ਕਰਕੇ ਅਸੀਂ ਨਵੇਂ ਬੰਦੇ ਲੈ ਕੇ ਆਉਨੇ ਆ। ਆਪਦੇ ਆਪ ਚ ਬਦਲਵੀਂ ਸਿਆਸਤ ਨੂੰ ਢਾਹ ਲਾਉਣ ਵਾਲਾ ਪੈਂਤੜਾ ਬਣ ਜਾਂਦਾ ਇਹ ਚੰਗੇ ਤੇ ਇਮਾਨਦਾਰ ਬੰਦਿਆਂ ਦਾ। ਚੰਗੀ ਸਿਆਸਤ, ਮੁੱਦਿਆਂ ਦੀ ਸਿਆਸਤ ਤੋਂ ਬਿਨਾਂ ਚੰਗੇ ਤੇ ਇਮਾਨਦਾਰ ਬੰਦਿਆਂ ਦਾ ਬਹੁਤ ਲਿਮਟਿਡ ਰੋਲ ਹੋ ਸਕਦਾ, ਵੱਡਾ ਰੋਲ ਨਹੀਂ ਹੋ ਸਕਦਾ। ਸੋ ਚੜੂਨੀ ਸਾਹਿਬ ਵੀ ਝੋਲਾ ਪਊ ਜੰਤਰ ਨੇ। ਪੰਜਾਬ 'ਚ ਇਹਨਾਂ ਨੇ ਕੀ ਕਰਨਾ ਨਹੀਂ ਕਰਨਾ, ਇਹਦਾ ਮੋਰਚੇ ਨਾਲ ਕੀ ਸੰਬੰਧ ਆ ਜੀ? ਸੰਯੁਕਤ ਮੋਰਚੇ ਦਾ ਇੱਕ ਮੰਤਵ ਆ, ਇੱਕ ਮੁੱਦੇ ਨੇ, ਤਰੀਕਾਕਾਰ ਆ। ਉਹਦੇ ਵਿੱਚੋਂ 3 ਖੇਤੀ ਬਿੱਲ ਵਾਪਸ ਹੋ ਗਏ ਤੇ ਜਿਹੜੀ ਖੇਤੀ ਦੀ ਗਰੰਟੀ ਵਾਲੀ ਆ ਉਹ ਤੇ ਬਹਿਸ ਚੱਲ ਰਹੀ ਆ, ਕਹੀ ਜੀ ਕਮੇਟੀ ਬਣੇ, ਕਿਵੇਂ ਬਣੇ, ਤੇ ਜਿਹੜੇ ਕੇਸ ਨੇ ਉਹ ਵਾਪਸ ਹੋਣ ਦੀ ਗੱਲ ਹੋ ਰਹੀ ਆ। ਤੇ ਇਸ ਕਰਕੇ ਮੋਰਚੇ ਨੇ ਮੋਰਚੇ ਦੇ ਤੌਰ ਤੇ ਦੇਖਣਾ ਪੰਜਾਬ 'ਚ ਸਿਆਸਤ ਕਰਨੀ ਆ ਨਹੀਂ ਕਰਨੀ ਆ। ਇਹਦੇ ਕਰਕੇ ਤੇ ਉਹਨਾਂ ਨੇ ਨਾ ਮੋਰਚਾ ਲਮਕਾਉਣਾ ਨਾ ਵਧਾਉਣਾ, ਜਾਂ ਯੂਪੀ 'ਚ ਸਿਆਸਤ ਕਿਵੇਂ ਹੋਊਗੀ। ਮੋਰਚੇ ਨੂੰ ਰਾਜਾਂ ਦੀ ਸਿਆਸਤ ਦਾ ਹਿੱਸਾ ਨਹੀਂ ਬਣਾਉਣਾ। ਮੋਰਚੇ ਨੇ ਜੋ ਇੱਕ ਸੋਚ ਪੈਦਾ ਕੀਤੀ ਆ, ਜੋ ਇੱਕ ਹੌਸਲਾ ਪੈਦਾ ਕੀਤਾ, ਜੋ ਲੋਕਾਂ 'ਚ ਲੜਨ ਦੀ ਜੁਰਤ ਪੈਦਾ ਕੀਤੀ ਆ, ਉਹ ਜਿੱਤ ਨੂੰ ਬਰਕਰਾਰ ਰੱਖ ਕੇ ਆਪਦੇ ਰਾਜਾਂ ਦੇ ਵਿੱਚ ਬਦਲਵੀਂ ਸਿਆਸਤ ਉਭਾਰਨ ਲਈ ਸਾਰਿਆਂ ਨੇ ਯਤਨ ਪਾਉਣਾ। ਉਹ 'ਚ ਕਿਸਾਨ ਵੀ ਸ਼ਾਮਲ ਹੋਣਗੇ। ਜੀ ਬਿਲਕੁਲ ਜੀ, ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਮਾਲਵਿੰਦਰ ਸਿੰਘ ਮਾਲੀ। ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਦੇ ਵਿੱਚ ਕੀ ਫੈਸਲਾ ਲੈਣਾ, ਉਹ ਤੋਂ ਪਹਿਲਾਂ ਕੇਂਦਰ ਸਰਕਾਰ ਨੂੰ ਕਿਹਾ ਗਿਆ ਕਿ ਫੈਸਲਾ ਤੁਸੀਂ ਕਰ ਲਓ ਕਿ ਸਾਨੂੰ ਤੁਸੀਂ ਵਾਪਸ ਭੇਜਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਚਾਹੁੰਦੇ ਹੋ ਕਿ ਮੋਰਚਾ ਇਸੇ ਤਰ੍ਹਾਂ ਚੱਲੇ। ਅੱਗੇ ਯੂਪੀ ਦੀਆਂ ਚੋਣਾਂ ਨੇ, ਪੰਜਾਬ ਦੀਆਂ ਚੋਣਾਂ ਨੇ, ਬੀਜੇਪੀ ਨੂੰ ਵੀ ਜਿਹੜਾ ਉਹ ਕਿਤੇ ਨਾ ਕਿਤੇ ਬੈਕਫੁੱਟ ਦੇ ਉੱਤੇ ਦੇਖਿਆ ਜਾ ਰਿਹਾ। ਹੁਣ ਇਸ ਮਸਲੇ ਦਾ ਹੱਲ ਕੀ ਨਿਕਲਦਾ, ਕਿਸਾਨ ਕੀ ਕਰਦੇ ਨੇ, ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।